Dear students, ਅੱਜ ਆਪਾਂ ਇੱਕ ਛੋਟਾ ਜਿਹਾ ਟੌਪਿਕ ਹੈ ਉਹਦੇ ਬਾਰੇ ਡਿਸਕਸ ਕਰਾਂਗੇ। ਟੌਪਿਕ ਦਾ ਨਾਮ ਹੈ ਪ੍ਰੋਟੈਕਸ਼ਨ ਆਫ ਆਲਟਰਨੇਟਰਸ, ਕਿ ਆਲਟਰਨੇਟਰਸ ਨੂੰ ਆਪਾਂ ਕਿਸ ਤਰ੍ਹਾਂ ਪ੍ਰੋਟੈਕਟ ਕਰਦੇ ਹੈਗੇ ਆ। ਅਗਰ ਕੋਈ ਫਾਲਟ ਪੈਂਦਾ ਹੈਗਾ ਤਾਂ ਕਿਹੜੇ ਕਿਹੜੇ ਫਾਲਟ ਪੈਂਦੇ ਆ ਤਾਂ ਉਹਨੂੰ ਕਿਸ ਤਰ੍ਹਾਂ ਮਤਲਬ ਆਪਾਂ ਰਿਮੂਵ ਕਰ ਸਕਦੇ ਹਾਂ ਈਜ਼ੀਲੀ, ਜਾਂ ਉਹਦੇ ਲਈ ਕਿਹੜੀ ਪ੍ਰੋਟੈਕਸ਼ਨ ਆਪਾਂ ਯੂਜ਼ ਕਰਦੇ ਆ, ਉਹ ਆਪਾਂ ਡਿਸਕਸ ਕਰਾਂਗੇ। ਮੇਜਰ ਫਾਲਟਸ ਇਨ ਐਨ ਆਲਟਰਨੇਟਰ, ਕਿਹੜੇ ਕਿਹੜੇ ਫਾਲਟਸ ਪੈ ਸਕਦੇ ਆ, ਪੋਸੀਬਿਲਿਟੀ ਕਿਹੜੇ ਕਿਹੜੇ ਫਾਲਟਸ ਦੀ ਹੈਗੀ ਆ। ਉਹ ਹੈ, ਪਹਿਲਾ ਹੈ ਕਹਿੰਦਾ ਸਟੇਟਰ ਵਾਈਂਡਿੰਗ ਫਾਲਟ, ਇਹ ਸਟੇਟਰ ਦੀ ਵਾਈਂਡਿੰਗ ਜਿਹੜੀ ਹੈ ਉਹਦੇ ਵਿੱਚ ਕੋਈ ਫਾਲਟ ਪੈ ਸਕਦਾ ਹੈਗਾ। ਦੂਸਰਾ ਹੈ ਆਲਟਰਨੇਟਰ ਪ੍ਰਾਈਮ ਮੂਵਰ ਫੇਲਿਅਰ ਫਾਲਟ ਔਰ ਰਿਵਰਸ ਪਾਵਰ ਫਾਲਟ, ਮਤਲਬ ਕਿ ਕਿਸੇ ਵੀ ਕਾਰਨ ਕਰਕੇ ਜੋ ਆਪਣਾ ਪ੍ਰਾਈਮ ਮੂਵਰ ਹੈ ਜਿਹੜਾ ਕਿਸੇ ਆਲਟਰਨੇਟਰ ਨੂੰ ਆਪਣੇ ਚਲਾਉਂਦਾ ਹੈਗਾ, ਮੂਵ ਘੁਮਾ ਰਿਹਾ ਹੈਗਾ, ਉਹਦੇ ਵਿੱਚ ਕੋਈ ਫਾਲਟ ਪੈ ਕਰਕੇ ਉਹ ਜਿਹੜਾ ਪ੍ਰਾਈਮ ਮੂਵਰ ਆ ਉਹਦੀ ਪਾਵਰ ਜਿਹੜੀ ਆ ਉਹ ਫੇਲ ਹੋ ਸਕਦੀ ਹੈਗੀ ਆ। ਤੀਜਾ ਹੈ ਓਵਰ ਕਰੰਟ ਫਾਲਟ, ਕਿਸੇ ਕਾਰਨ ਕਰਕੇ ਸਾਡੇ ਆਲਟਰਨੇਟਰ ਤੇ ਓਵਰ ਕਰੰਟ ਆ ਜਾਵੇ ਤਾਂ ਉਹਦੇ ਲਈ ਜੋ ਫਾਲਟ ਪੈਂਦਾ ਹੈ ਉਹ ਫਾਲਟ ਮੇਨ ਹੋ ਸਕਦਾ ਹੈ। ਚੌਥਾ ਹੈਗਾ ਓਵਰ ਵੋਲਟੇਜ ਪ੍ਰੋਟੈਕਸ਼ਨ, ਕਿਸੇ ਕਾਰਨ ਕਰਕੇ ਵੋਲਟੇਜ ਜਿਹੜੀ ਆ ਓਵਰ ਹੋ ਜਾਵੇ, ਜ਼ਿਆਦਾ ਹੋ ਜਾਵੇ ਨਾਰਮਲ ਨਾਲੋਂ, ਉਹ ਫਾਲਟ ਜਿਹੜਾ ਹੈ ਉਹਦੀ ਕੀ ਪ੍ਰੋਟੈਕਸ਼ਨ ਦੇਣੀ ਹੈ। ਫਿਰ ਅਨਬੈਲੈਂਸਡ ਲੋਡਿੰਗ, ਕਿਸੇ ਕਾਰਨ ਅਨਬੈਲੈਂਸ ਲੋਡਿੰਗ ਹੋ ਜਾਵੇ ਉਹਦੇ ਲਈ ਕੀ ਪ੍ਰੋਟੈਕਸ਼ਨ ਦੇਣੀ ਹੈ। ਫੇਲਿਅਰ ਆਫ ਫੀਲਡ, ਕਿਸੇ ਕਾਰਨ ਕਰਕੇ ਫੀਲਡ ਜੋ ਸਾਡੇ ਆਲਟਰਨੇਟਰ ਦਾ ਫੀਲਡ ਹੈ ਉਹ ਅਗਰ ਉਹ ਫੇਲ ਹੋ ਜਾਵੇ ਤਾਂ ਉਹਦੇ ਲਈ ਆਪਾਂ ਕਿਹੜੀ ਪ੍ਰੋਟੈਕਸ਼ਨ ਦੇਣੀ ਹੈ। ਤੇ ਲਾਸਟ ਵਨ ਇਜ਼ ਦਾ ਓਵਰ ਸਪੀਡ, ਵੀ ਕਿਸੇ ਕਾਰਨ ਕਰਕੇ ਸਾਡਾ ਆਲਟਰਨੇਟਰ ਹੈ ਉਹਦੀ ਸਪੀਡ ਜਿਹੜੀ ਨਾਰਮਲ ਅਗਰ ਜ਼ਿਆਦਾ ਹੋ ਜਾਵੇ ਤਾਂ ਆਪਾਂ ਉਹਦੇ ਲਈ ਕੀ ਪ੍ਰੋਟੈਕਸ਼ਨ ਦੇਣੀ ਹੈਗੀ ਆ। ਇਹ ਟੌਪਿਕਸ ਨੇ ਜੋ ਆਪਾਂ ਡਿਸਕਸ ਕਰਦੇ ਨੇ। ਪਹਿਲਾ ਫਾਲਟ ਸਟੇਟਰ ਵਾਈਂਡਿੰਗ ਫਾਲਟ, ਕਹਿੰਦਾ ਇਟ ਇਜ਼ ਦਾ ਮੋਸਟ ਸਬ ਫਾਲਟ ਐਂਡ ਕੰਸੀਡਰਡ ਮੋਸਟ ਇੰਪੋਰਟੈਂਟ ਫॉर ਆਲਟਰਨੇਟਰ ਪ੍ਰੋਟੈਕਸ਼ਨ, ਮਤਲਬ ਕਹਿੰਦਾ ਅਕਸਰ ਜਿਹੜਾ ਇਹ ਫਾਲਟ ਪੈਂਦਾ ਹੈਗਾ ਤੇ ਬਹੁਤ ਇੰਪੋਰਟੈਂਟ ਫਾਲਟ ਹੈਗਾ ਇਹ, ਤੇ ਇਹਦੀ ਪ੍ਰੋਟੈਕਸ਼ਨ ਜਿਹੜੀ ਆ ਇਹ ਬਹੁਤ ਜ਼ਰੂਰੀ ਹੈਗੀ ਆਲਟਰਨੇਟਰ ਦੇ ਵਿੱਚ। ਤਾਂ ਇਹ ਜਿਹੜੀ ਪ੍ਰੋਟੈਕਸ਼ਨ ਆਪਾਂ ਦਿੰਦੇ ਕਹਿੰਦਾ ਦਿਸ ਸਟੇਟਰ ਪ੍ਰੋਟੈਕਸ਼ਨ ਆਫ ਆਲਟਰਨੇਟਰ ਸਟੇਟਰ ਇਜ਼ ਡਿਫਰੈਂਸ਼ੀਅਲ ਸਰਕੂਲੇਟਿੰਗ ਕਰੰਟ ਸਕੀਮ ਔਰ ਮਰਜ ਪ੍ਰਾਈਜ਼ डिफरेंशियल करंट प्रोटेक्शन स्कीम ऑफ आल्टरनेटर। मर्ज प्राइज प्रोटेक्शन, ये प्रोटेक्शन है, ਉਹਦਾ ਨਾਮ ਹੈ ਮਰਜ ਪ੍ਰਾਈਜ਼ ਪ੍ਰੋਟੈਕਸ਼ਨ। ਇਹ ਆਪਾਂ ਜਾਂ ਪ੍ਰੋਟੈਕਸ਼ਨ ਜਿਹੜੀ ਇਹ ਆਪਾਂ ਆਪਣੇ ਆਲਟਰਨੇਟਰਸ ਦੀ ਵਾਈਂਡਿੰਗ ਦੇ ਵਾਸਤੇ ਯੂਜ਼ ਕਰਦੇ ਹੈਗੇ। ਦੂਜਾ ਫਾਲਟ ਆਲਟਰਨੇਟਰ ਪ੍ਰਾਈਮ ਮੂਵਰ ਫੇਲਿਅਰ ਫਾਲਟ ਔਰ ਰਿਵਰਸ ਪਾਵਰ ਫਾਲਟ। ਇਹਦੇ ਵਿੱਚ ਕਹਿੰਦਾ ਕਿ ਇਹਦਾ ਇਫੈਕਟ ਆਫ ਪ੍ਰਾਈਮ ਮੂਵਰ ਫੇਲਿਅਰ ਹੋਣਾ, ਪਹਿਲਾਂ ਕੀ ਆ ਕਹਿੰਦਾ ਕਿ ਡਿਸਕਸ ਕਰਿਆ ਆਪਾਂ ਕਰ ਰਹੇ ਹਾਂ ਕਿ ਕਹਿੰਦਾ ਐਕਚੁਅਲ ਚ ਪ੍ਰਾਈਮ ਮੂਵਰ ਫੇਲਿਅਰ ਹੈ ਕੀ ਚੀਜ਼ ਹੈ, ਕੀ ਇਫੈਕਟ ਹੋ ਸਕਦਾ ਉਹਦਾ। ਕਹਿੰਦਾ when the prime mover fails it is still connected to the live electric bus, then the alternator fails to supply power but start receiving power from live electric bus. This time the synchronous alternator takes power, acts as an synchronous motor and run the engines or turbines in uncontrolled high speed, and this is called reverse power। मतलब ਕੀ ਹੈ ਕਿ ਜਿਹੜਾ ਆਲਟਰਨੇਟਰ ਹੈ ਉਹਦੇ ਨਾਲ ਜਿਹੜਾ ਪ੍ਰਾਈਮ ਮੂਵਰ ਚੱਲ ਰਿਹਾ ਹੈਗਾ, ਪ੍ਰਾਈਮ ਮੂਵਰ ਜਿਹੜਾ ਹੈ ਉਹ ਆਲਟਰਨੇਟਰ ਨੂੰ ਮੂਵ ਕਰ ਰਿਹਾ, ਦੋਨੇ ਆਪਸ ਕਪਲਡ ਹੋਏ ਆ, ਠੀਕ ਹੈ। ਹੁਣ ਕਿਸੇ ਕਾਰਨ ਕਰਕੇ ਅਗਰ ਸਾਡਾ ਪ੍ਰਾਈਮ ਮੂਵਰ ਜਿਹੜੀ ਉਹਦੀ ਸਪਲਾਈ ਫੇਲ ਹੋ ਜਾਂਦੀ ਆ ਜਾਂ ਉਹਦੇ ਫੇਲਿਅਰ ਆ ਜਾਂਦਾ ਤਾਂ ਜਿਹੜਾ ਸਾਡਾ ਆਲਟਰਨੇਟਰ ਆ ਉਹ, ਕਿਉਂਕਿ ਬੱਸ ਬਾਰ ਨਾਲ ਜੁੜਿਆ ਹੋਇਆ ਤੇ ਬਾਕੀ ਦੇ ਆਲਟਰਨੇਟਰਸ ਜਿਹੜੇ ਆ ਜਾਂ ਬਾਕੀ ਦੀ ਸਪਲਾਈ ਜਿਹੜੀ ਚੱਲ ਰਹੀ ਹੈ, ਤਾਂ ਉਹ ਜਿਹੜਾ ਆਲਟਰਨੇਟਰ ਹੈ ਉਹ ਰਿਵਰਸ ਪਾਵਰ ਲੈ ਕੇ, ਮੀਨਸ ਪਹਿਲਾਂ ਬੱਸ ਨੂੰ ਸਪਲਾਈ ਦੇ ਰਿਹਾ ਸੀ ਉਹ ਆਲਟਰਨੇਟਰ, ਹੁਣ ਬੱਸ ਤੋਂ ਸਪਲਾਈ ਲੈ ਕੇ ਉਹ ਕੀ ਕਰੇਗਾ, ਉਹ ਐਜ਼ ਏ ਸਿੰਕਰੋਨਸ ਮੋਟਰ ਰਨ ਕਰੂਗਾ। ਤੇ ਨੈਚੁਰਲ ਹੈ ਕਿ ਜੇ ਸਿੰਕਰੋਨਸ ਮੋਟਰ ਐਜ਼ ਏ ਸਿੰਕਰੋਨਸ ਰਨ ਕਰੂਗਾ ਤੇ ਉਹਦੇ ਨਾਲ ਜਿਹੜਾ ਪ੍ਰਾਈਮ ਮੂਵਰ ਜੁੜਿਆ ਉਹ ਵੀ ਰਨ ਕਰੂਗਾ। ਤੇ ਕਹਿੰਦਾ ਉਹ ਜਿਹੜਾ ਅਨਕੰਟਰੋਲ ਸਪੀਡ, ਹਾਈ ਸਪੀਡ, ਇੰਨੀ ਹਾਈ ਹੋ ਜਾਊਗੀ ਕਿ ਜਿਹੜੀ ਕੰਟਰੋਲ ਤੋਂ ਬਾਹਰ ਹੋ ਜਾਊਗੀ। ਇਸ ਕਰਕੇ ਇਹ ਜਿਹੜਾ ਹੈ ਇਫੈਕਟ ਪੈਂਦਾ ਹੈਗਾ ਪ੍ਰਾਈਮ ਮੂਵਰ ਫੇਲਿਅਰ ਦਾ, ਐਂਡ ਦਿਸ ਇਜ਼ ਕਾਲਡ ਰਿਵਰਸ ਪਾਵਰ। ਮਤਲਬ ਕਿਉਂਕਿ ਪਹਿਲਾਂ ਪਾਵਰ ਦੇ ਰਿਹਾ ਸੀ ਆਲਟਰਨੇਟਰ,
ਹੁਣ ਬੱਸ ਤੋਂ ਪਾਵਰ ਲੈ ਰਿਹਾ, ਇਸ ਕਰਕੇ ਆਪਾਂ ਇਹਨੂੰ ਰਿਵਰਸ ਪਾਵਰ ਕਹਿ ਸਕਦੇ ਹੈਗੇ। ਦੇਖੋ ਹੁਣ ਕਹਿ ਰਿਹਾ ਕਿ ਸਰਵਿਟੀ ਆਫ ਰਿਵਰਸ ਪਾਵਰ ਕੀ ਮਤਲਬ ਹੋ ਸਕਦਾ ਹੈ ਇਹਦੇ ਨਾਲ, ਔਰ ਆਪਾਂ ਕਿੱਦਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਕਹਿੰਦਾ ਫॉर गैस टर्बाइन एंड एनी हाइड्रोइलेक्ट्रिक सिस्टम द टर्बाइन इंस्टॉल्ड इज कैपेबल ऑफ रनिंग इन वेरी हाई स्पीड। मतलब कहना उन्होंने स्पीड जी बहुत ज़्यादा होंगी, इन्होंने आप कहते टर्बो जनरेटर्स कह सकते हैं या टर्बो आल्टरनेटर कह सकते हैं। सो वैन हाई स्पीड अकर्स ड्यू टू रिवर्स पावर, कहता हुण क्योंकि रिवर्स पावर चल पई, स्पीड बहुत हाई है, तो कोई भी टैक्नीशियन जो डीकपल कर सकता सर्किट ब्रेकर नूं ते साडे सिस्टम नूं जिहड़ा ओह ऑफ कर सकता। बट फॉर डीजल इंजन सिस्टम द रिवर्स पावर इज सो डेंजरस, क्योंकि ਜਿਹੜੀ ਉਹਦੀ ਸਪੀਡ ਆ ਕਹਿੰਦਾ ਦੇਖੋ 120% ਇਨਕਰੀਜ਼ ਕਰ ਜਾਂਦੀ ਆ ਡੀਜ਼ਲ ਇੰਜਨ ਦੇ ਕੇਸ ਦੇ ਵਿੱਚ ਜਦੋਂ ਰਿਵਰਸ ਪਾਵਰ ਚੱਲਦੀ। ਮਤਲਬ ਹੁਣ ਆਲਟਰਨੇਟਰ ਡੀਜ਼ਲ ਇੰਜਨ ਨੂੰ ਮੂਵ ਕਰਨਾ ਸ਼ੁਰੂ ਕਰ ਦਿੱਤਾ, ਪਾਵਰ ਲੇਕਿਨ ਫੇਲਿਅਰ ਹੋ ਗਈ ਪਿੱਛੋਂ ਇੰਜਨ ਦੀ, ਬਟ ਉਹ ਹੁਣ ਇੰਜਨ ਦਾ ਜਿਹੜਾ ਪਿਸਟਨ ਔਰ ਜਿਹੜਾ ਇੰਜਨ ਉਹ ਚੱਲ ਰਿਹਾ, ਉਹਦੇ ਕਰਕੇ ਸਾਡਾ ਇੰਜਨ ਜਿਹੜਾ ਸੀਜ਼ ਹੋ ਸਕਦਾ। ਇਸ ਕਰਕੇ ਉਹਦੇ ਵਿੱਚ ਸਾਨੂੰ ਇਹ ਪ੍ਰੋਟੈਕਸ਼ਨ ਦੇਣੀ ਜਿਹੜੀ ਆ ਇਹਨੂੰ ਪ੍ਰੋਟੈਕਟ ਕਰਨਾ ਜਿਹੜਾ ਬਹੁਤ ਜ਼ਰੂਰੀ ਹੈਗਾ। ਰੈਮਡੀ ਮਤਲਬ ਜਿਹੜਾ ਇਹ ਫਾਲਟ है प्राइम मूवर का, इन्हों आप किदां रिमूव करना। कहता देखो रिवर्स पावर रिले इज रिकमेंडेड। सब तो पहला कहता जरूरी है कि तुसीं रिवर्स पावर रिले आप पढ़ी आ वो लगा दिओ। जो रिवर्स पावर मूव करनी शुरू होगी तो ऑटोमैटिकली साडी रिले जिहड़ी आ ओह सर्किट नूं जां साडे जिहड़े आल्टरनेटर नूं ट्रिप करवा देगी और साडा सर्किट जिहड़ा प्लांट हैगा जां जो आल्टरनेटर जिहदा प्राइम मूवर फेल होया वो सेफ हो जाएगा। बट कहता दिस रिले शुड हैव टाइम डिले टू अवॉइड फास्ट ट्रिप इन केस ऑफ शॉर्ट टाइम सिस्टम डिस्टर्बेंस, फेस स्विंगिंग एंड फ्लक्चुएशन इन सिंक्रोनाइजेशन। हुण कहंदा किसी वेले कहंदा कि मतलब कहंदा इस रिले दे विच जिहड़ी आपां रिले लगाउणी आ इहनूं टाइम डिले देना कि कुछ टाइम इहनूं आपां मिले, जो अगर प्राइम मूवर फेल भी हो जाए तां भी साडी मशीन कुछ टाइम लई चले। क्योंकि कहंदा फास्ट ट्रिपिंग नूं रोकण लई। वो किस तरह सिस्टम डिस्टर्बेंस हो जांदी है कि फेस जिहड़ा स्विंग करना पैंदा साडा आल्टरनेटर थोड़े टाइम लई जिहड़ा ओहदा प्राइम मूवर ऑफ हो जांदा, बट फिर ऑटोमैटिकली वो चल पैंदा। तो फ्लक्चुएशन इन सिंक्रोनाइजेशन जो आप सिंक्रोनाइज करने कई बार करते हैं तो वो फ्लक्चुएशन होनी शुरू हो जाती है। वो करके अगर कोई फॉल्ट पैंदा शॉर्ट टाइम ले तो साडी ले नूं असीं थोड़ा डिले दिंदे आ ताकि वो ऑटोमैटिकली फॉल्ट रिमूव हो जाए तो साडी ले जिहड़ी आ ओह साडा सिस्टम जिहड़ा चलदा रहे। बट कहंदा वैन ए रिवर्स पावर प्रॉब्लम अकर्स, अगर कहंदा जे ये प्रॉब्लम आ जाती है फिर आपां की करदे हां, फर्स्ट थिंग इज टू डीकपल द कॉरस्पोंडिंग सर्किट ब्रेकर टू डिस्कनेक्ट द आल्टरनेटर फ्रॉम लाइव लाइन। सब तो पहला साडा काम की हुंदा कि अगर रिवर्स पावर चल भी जाए तो आप सब तो पहला मैनुअली सर्किट ब्रेकर नूं जिहड़ा ट्रिप करवा देने आ ताकि जिहड़ी साडी वो सारी लाइन जिहड़ी सेफ हो जाए। पर कहंदा अगर फिर भी यह चीज़ नहीं हुंदी फिर आपां जिहड़ी बस बार है जिहड़ा उहदा सर्किट ब्रेकर आपां उहनूं ट्रिप करने ताकि साडी बस बार की सप्लाई जिहड़ी आ ओह जिहड़ा रिवर्स पावर चल रही है वो ऑफ हो जाए। पर फिर भी कहता अगर यह चीज़ नहीं पॉसीबल हो सकती तो फिर सानू की करना पैंदा, फिर सानू सारा जिहड़ा पावर प्लांट का सिस्टम आ पावर प्लांट है वो सारे नूं जिहड़ा वो शट डाउन करना पैंदा ताकि साडा पावर प्लांट जिहड़ा वो सेफ हो जाए। तीजा है ओवरकरंट फॉल्ट ऑन एन आल्टरनेटर। भी आल्टरनेटर ते किसी कारण करके ओवरकरंट जिहड़ा अगर फॉल्ट पै जाए तो उन्होंने आपां किदां करदे हां। कहंदा causes of overcurrent fault on an alternator is the partial breakdown of internal winding insulation। ਜਿਹੜੀ ਵਾइंडिंग है आल्टरनेटर की इंटरनल इंसुलेशन अगर प्रॉब्लम दे दे, अगर कोई दोनों फेस आपस शॉर्ट हो जाए तो ओवरलोडिंग हो सकती है, ओवर करंट फ्लो कर सकता। ओवरलोड ऑन सप्लाई सिस्टम ओवरलोड हो जाए किसी कारण करके, किसी भी कारण करके मतलब करंट जिहड़ा है नॉर्मल नाल बहुत ज़्यादा फ्लो करना पे जिन्होंने आप ओवरलोडिंग कह सकते हैं। ये दो कॉज है। कहता ओवर करंट प्रोटेक्शन फॉर आल्टरनेटर इज अननैसेसरी। क्यों अननैसेसरी आप क्यों कहते देखो कहता ओवर करंट प्रोटेक्शन फॉर आल्टरनेटर अननैसेसरी क्यों, बिकॉज ऑफ हाई इंटरनल इंपीडेंस ऑफ आल्टरनेटर। कहता कि अजकल जो मॉडर्न आल्टरनेटर्स ने जां जो मॉडर्न अपना टैक्नीक नाल जो आल्टरनेटर बन रहे हैं उन्होंने कहता जी उन्होंने इंटरनल इंपीडेंस होंदा आल्टरनेटर तो पहला ही ऑलरेडी जो हाई रखा जाता है। एक्सट्रा वो रिएक्टर लगा के वो अपना रजिस्टेंस जो इंपीडेंस है वो आप पहले ही ज़्यादा सैट किया होंगे। दस कहता इफ ओवरकरंट फॉल्ट अकर्स, कहता इस करके फिर भी अगर ओवरकरंट फॉल्ट अगर पै जाए ड्यू टू हाई इंटरनल इंपीडेंस आल्टरनेटर कैन विथस्टैंड शॉर्ट सर्किट फॉर ए वाइल, इट कैन मैनुअली डिस्कनेक्ट फ्रॉम द हाउस। मतलब थोड़े टाइम लिए अगर शॉर्ट सर्किट करके या ओवरलोड करके जो अंदर इंटरनल वाइंडिंग इंसुलेशन फेलियर करके अगर ओवरकरंट फ्लो कर भी जाता कुछ टाइम लिए, क्योंकि इंटरनल इंपीडेंस जो आल्टरनेटर का ज़्यादा है इस करके कहता आप मैनुअली थोड़े टाइम के बाद आप इमीडिएटली उस बस नूं जिहड़ा वो डिस्कनेक्ट कर सकते हैं जिथे कि ओवरकरंट कॉज कर रहा है।
चौथा है ओवर वोल्टेज प्रोटेक्शन ऑफ एन अल्टरनेटर। कहता ओवर वोल्टेज फॉल्ट ऑफ एन अल्टरनेटर इज वेरी रेयर, बहुत घट कहता ओवर वोल्टेज होंगी है। क्यों? क्योंकि एज द excitation current that controls the voltage has close supervision with AVR automatic voltage regulator system। ਜਿਹੜੀ excitation ਆ ਮਤਲਬ ਉਹਨੂੰ ਆਪਾਂ ਆਟੋਮੈਟਿਕਲੀ ਵੋਲਟੇਜ ਰੈਗੂਲੇਟਰ ਲਗਾਇਆ, ਆਪਾਂ ਨਹੀਂ ਕਰਦੇ, ਆਟੋਮੈਟਿਕਲੀ ਵੋਲਟੇਜ ਹਿਸਾਬ ਨਾਲ ਉਹਦੀ excitation ਜਿਹੜੀ ਹੈ ਸੈੱਟ ਹੋ ਜਾਂਦੀ ਹੈ। ਉਹਦੇ ਕਰਕੇ ਕਹਿੰਦਾ ਇਹ ਫਾਲਟ ਜਿਹੜਾ ਬਹੁਤ ਘੱਟ ਪੈਂਦਾ ਹੈਗਾ ਆਮ ਤੌਰ ਤੇ। ਬਟ if somehow alternator suddenly disconnected from the load, its speed exceeds ਰੇਟਡ ਸਪੀਡ। ਕਹਿੰਦਾ ਅਗਰ ਆਪਾਂ ਫਿਰ ਵੀ ਕਿਸੇ ਕਾਰਨ ਕਰਕੇ ਆਲਟਰਨੇਟਰ ਜਿਹੜਾ ਆ ਉਹ ਡਿਸਕਨੈਕਟ ਹੋ ਜਾਂਦਾ ਲੋਡ ਨਾਲੋਂ, ਤਾਂ ਨੈਚੁਰਲ ਜੋ ਲੋਡ ਡਿਸਕਨੈਕਟ ਹੋ ਜਾਊਗਾ ਤਾਂ ਨੋ ਲੋਡ ਤੇ ਉਹ ਚੱਲੂਗਾ ਤਾਂ ਨੈਚੁਰਲ ਵੋਲਟੇਜ ਜਿਹੜੀ ਉਹ ਵਧੂਗੀ। ਸੋ ਐਨ ਓਵਰ ਵੋਲਟੇਜ ਰਿਲੇ ਇਜ਼ ਰਿਕਮੈਂਡਡ ਟੂ ਇੰਸਟਾਲ ਵੇਅਰ ਆਲਟਰਨੇਟਰ RPM ਇਜ਼ ਨਾਟ ਕਲੋਜ਼ਲੀ ਸੁਪਰਵਾਈਜ਼ਡ। ਜਿੱਥੇ ਕਹਿੰਦਾ ਆਪਾਂ ਕੋਈ ਸੁਪਰਵਿਜ਼ਨ ਦੇ ਅੰਡਰ ਨਹੀਂ ਚੱਲਦੇ ਪਏ ਆਲਟਰਨੇਟਰ ਉਹਦੀ RPM ਜਿਹੜੇ ਅੰਡਰ ਸੁਪਰਵਿਜ਼ਨ ਨਹੀਂ ਹੈਗੀ, ਤਾਂ ਉਸ ਕੇਸਿਸ ਦੇ ਵਿੱਚ ਆਪਾਂ ਜਿਹੜੀ ਆ ਵੋਲਟੇਜ ਰਿਲੇ ਜਿਹੜੀ ਆ ਉਹ ਲਗਾ ਸਕਦੇ ਹੈਗੇ ਆ, ਹੋਰ ਵੋਲਟੇਜ ਰਿਲੇ ਨੂੰ ਲਗਾ ਕੇ ਆਪਾਂ ਉਹਦੀ ਪ੍ਰੋਟੈਕਸ਼ਨ ਦੇ ਸਕਦੇ ਹੈਗੇ ਆ। ਅਨਬੈਲੈਂਸ ਲੋਡਿੰਗ ਆਫ ਐਨ ਅਲਟਰਨੇਟਰ, ਇਹਦੇ ਵਿੱਚ ਕੀ ਹੈ ਦੇਖੋ, ਜਿਸ ਤਰ੍ਹਾਂ ਉਹਨੇ ਲਿਖਿਆ ਹੈਗਾ, ਫਸਟ ਆਫ ਆਲ ਅਨਬੈਲੈਂਸ ਲੋਡਿੰਗ ਮੀਨਸ ਦੇयर ਆਰ ਡਿਫਰੈਂਟ ਕਰੰਟ ਇਨ 3 phases of an alternator. In normal condition the difference in phase current varies ±5%। ਕਹਿੰਦਾ ਕਿ ਜਿਹੜੀ ਅਨਬੈਲੈਂਸ ਲੋਡਿੰਗ ਕੀ ਆ ਕਿ ਲੋਡ ਮੀਨਸ ਕਰੰਟ। ਕਹਿੰਦਾ ਜਦੋਂ ਆਲਟਰਨੇਟਰ ਦੀ ਵਾਈਂਡਿੰਗਸ ਦੇ ਵਿੱਚੋਂ 3 ਫੇਜ਼ ਵਾਈਂਡਿੰਗ ਦੇ ਵਿੱਚ ਜਿਹੜਾ ਕਰੰਟ ਹੈ ਉਹ ਅਨਬੈਲੈਂਸ ਹੋ ਜਾਂਦਾ, ਮਤਲਬ ਇਕੁਅਲ ਫੇਸਿਸ ਦੇ ਵਿੱਚ ਇਕੁਅਲ ਨਹੀਂ ਚੱਲਦਾ, ਉਦੋਂ ਆਪਾਂ ਇਹਨੂੰ ਅਨਬੈਲੈਂਸ ਕੰਡੀਸ਼ਨ ਕਹਿੰਦੇ ਆ। ਵੈਸੇ ਤਾਂ ਕਹਿੰਦਾ 5% ਜਿਹੜੀ ਪਲੱਸ ਮਾਈਨਸ ਟੋਲਰੈਂਸ ਚੱਲ ਜਾਂਦੀ ਆ, ਬਟ ਵੈਨ ਦਿਸ ਡਿਫਰੈਂਸ ਐਕਸੀਡਸ then it is unbalanced condition. This unbalance is not itself a fault, does not apply any harm, but cause of unbalance is harmful like undergrounding of one phase or short circuit of phase to phase। मतलब कहता कि वैसे तो ਜਿਹੜਾ ਇਹ ਇੰਨਾ ਹਾਰਮਫੁਲ ਨਹੀਂ ਹੁੰਦਾ ਅਨਬੈਲੈਂਸ ਲੋਡ, ਮਤਲਬ ਅਗਰ ਕਿਸੇ 'ਚ ਕੋਈ ਘੱਟ ਹੋ ਜਾਏ ਦੂਜੇ 'ਚ ਜ਼ਿਆਦਾ ਫਲੋ ਕਰ ਰਿਹਾ ਤਾਂ ਕੋਈ ਇੰਨਾ ਹਾਰਮਫੁਲ ਨਹੀਂ ਆ। ਬਟ ਕਹਿੰਦਾ ਅਗਰ ਇਹ ਜਨਰਲ ਹੋ ਰਿਹਾ ਲੋਡ ਦੇ ਮੁਤਾਬਕ ਹੋ ਰਿਹਾ, ਪਰ ਕਹਿੰਦਾ ਅਗਰ ਗਰਾਊਂਡ ਫਾਲਟ ਪੈ ਗਿਆ ਮੀਨ ਵਨ ਫੇਸ ਟੂ ਗਰਾਊਂਡ ਹੋ ਗਿਆ ਜਾਂ ਸ਼ਾਰਟ ਸਰਕਟ ਫੇਸ ਟੂ ਫੇਸ, ਦੈਨ ਇਟ ਇਜ਼ ਸ਼ਾਰਟ ਸਰਕਟਡ। ਤਦ ਉਹਨਾਂ ਦੋ ਫੇਸਿਸ ਦੇ ਜਿਹੜੇ ਆਪਸ ਸ਼ਾਰਟ ਹੋਏ ਆ ਜਾਂ ਉਹ ਫੇਸ ਜਿਹੜਾ ਗਰਾਊਂਡ ਹੋਇਆ ਉਹਦੇ 'ਚ ਬਹੁਤ ਜ਼ਿਆਦਾ ਹੈਵੀ ਕਰੰਟ ਫਲੋ ਕਰੇਗਾ, ਉਸ ਕੰਡੀਸ਼ਨ ਵਿੱਚ ਇਹਨੂੰ ਆਪਾਂ ਅਨਬੈਲੈਂਸ ਲੋਡਿੰਗ ਕਹਿ ਸਕਦੇ ਹੈਗੇ ਆ। ਇਹਦੇ ਲਈ ਕਹਿੰਦਾ ਕਿ ਆਪਾਂ ਕੀ ਕਰਦੇ ਹਾਂ, ਸਿੰਪਲੀ ਪਹਿਲਾਂ ਤਾਂ ਫਾਲਟ ਨੂੰ ਸੈਂਸ ਕਰਦੇ ਹਾਂ ਤਾਂ ਫਿਰ ਉਹਦੀ ਪ੍ਰੋਟੈਕਸ਼ਨ ਦਿੰਦੇ ਹਾਂ। ਇਹਦੀ ਪ੍ਰੋਟੈਕਸ਼ਨ ਵਾਸਤੇ ਆਪਾਂ ਅਨਬੈਲੈਂਸ ਪ੍ਰੋਟੈਕਸ਼ਨ ਸਕੀਮ ਹੁੰਦੀ ਆ, ਅਥਲੀਕਲ ਪ੍ਰੋਟੈਕਸ਼ਨ ਸਕੀਮ ਉਹਨੂੰ ਕਹਿੰਦੇ ਆ, ਤੇ ਅਨਬੈਲੈਂਸ ਪ੍ਰੋਟੈਕਸ਼ਨ ਸਕੀਮ ਕਹਿੰਦੇ ਆ। ਅਨਬੈਲੈਂਸ ਪ੍ਰੋਟੈਕਸ਼ਨ ਸਕੀਮ ਜਾਂ ਅਥਲੀਕਲ ਪ੍ਰੋਟੈਕਸ਼ਨ ਸਕੀਮ ਜਿਹੜੀ ਆਪਾਂ ਟਰਾਂਸਫਾਰਮਰ ਦੇ ਆਲਟਰਨੇਟਰ ਦੇ ਵਿੱਚ ਲਗਾਉਂਦੇ ਹੈਗੇ ਆ, ਉਹਦੇ ਵਿੱਚ ਆਪਾਂ ਅੱਗੇ ਡਿਟੇਲ ਵਿੱਚ ਪੜਾਂਗੇ ਵੀ ਜਿਹੜੀ ਇਹ ਅਥਲੀਕਲ ਪ੍ਰੋਟੈਕਸ਼ਨ ਤੇ ਅਨਬੈਲੈਂਸ ਪ੍ਰੋਟੈਕਸ਼ਨ ਸਕੀਮ ਕੀ ਹੁੰਦੀ ਆ। ਉਸ ਸਕੀਮ ਦੇ ਨਾਲ ਆਪਾਂ ਜਿਹੜਾ ਇਹ ਆਲਟਰਨੇਟਰ ਨੂੰ ਇਹ ਸੇਵ ਕਰ ਲੈਂਦੇ ਹੈਗੇ ਆ। ਫੇਲਿਅਰ ਆਫ ਫੀਲਡ, the chance of field failure of alternator very rare, ਬਹੁਤ ਘੱਟ ਚਾਂਸ ਆ ਫੀਲਡ ਦਾ ਫੇਲ ਹੋਣਾ। even if it does occur, no immediate damage will be caused by permitting the alternator to run without a field for a short period। ਅਗਰ ਕਹਿੰਦਾ ਫੀਲਡ ਫੇਲ ਵੀ ਹੋ ਜਾਵੇ ਤਾਂ ਕੋਈ ਆਲਟਰਨੇਟਰ ਕੋਈ ਨੁਕਸਾਨ ਨਹੀਂ ਹੁੰਦਾ ਥੋੜੇ ਟਾਈਮ ਲਈ। ਅਗਰ ਫੀਲਡ ਫੇਲ ਹੋਇਆ ਆਲਟਰਨੇਟਰ ਜਿਹੜੀ ਆ ਉਹ ਰੋਟਰ ਆ ਉਹ ਮੂਵ ਕਰਦਾ ਰਹੇਗਾ, ਬਟ ਫੀਲਡ ਉਹਦਾ ਜਾਂ ਫੇਲ ਹੋਇਆ ਕਹਿੰਦਾ ਕੋਈ ਪ੍ਰੋਬਲਮ ਨਹੀਂ ਦਿੰਦਾ। ਕਹਿੰਦਾ ਇਟ ਇਜ਼ ਸਫੀਸ਼ੀਐਂਟ ਟੂ ਰਿਲਾਈ on the control room attendant to disconnect the faulty alternator manually from the system। ਬਸ ਕਹਿੰਦਾ ਬਹੁਤ ਟਾਈਮ ਹੁੰਦਾ ਜਾਂ ਆਪਾਂ ਕਹਿ ਦੋ ਕਿ ਅਟੈਂਡੈਂਟ ਜਿਹੜਾ ਉਨੇ ਕੁ ਟਾਈਮ ਦੇ ਵਿੱਚ ਜਿੰਨੇ ਟਾਈਮ ਦੇ ਫੀਲਡ ਫੇਲਡ ਹੋਇਆ ਈਜ਼ੀਲੀ ਜਾ ਕੇ ਬੱਸ ਬਾਰ ਦੇ ਵਿੱਚ ਜਿਹੜੇ ਸਿਸਟਮ ਆ ਆਪਾਂ ਲੱਗਾ ਹੋਇਆ ਉਹਨੂੰ ਡਿਸਕਨੈਕਟ ਕਰਦਾ ਉਸ ਆਲਟਰਨੇਟਰ ਨਾਲੋਂ। ਇਸ ਕਰਕੇ ਕਹਿੰਦੇ ਇਹਦੇ ਲਈ ਕੋਈ ਖਾਸ ਪ੍ਰੋਟੈਕਸ਼ਨ ਜਿਹੜੀ ਆ ਸਾਨੂੰ ਉਹਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਇਹ ਅਟੈਂਡੈਂਟ ਹੀ ਆਰਾਮ ਨਾਲ ਉਹਨੇ ਟਾਈਮ ਦੇ ਵਿੱਚ ਜਿੰਨੇ ਟਾਈਮ ਲਈ ਫੀਲਡ ਫੇਲਿਅਰ ਹੋਇਆ ਉਹਨੇ ਟਾਈਮ ਜਿਹੜਾ ਅਟੈਂਡੈਂਟ ਜਿਹੜਾ ਉਸ ਜਨਰੇਟਰ ਨੂੰ ਉਸ ਆਲਟਰਨੇਟਰ ਨੂੰ ਡਿਸਕਨੈਕਟ ਕਰਨ ਦਾ ਬੱਸ ਬਾਰ ਨਾਲੋਂ। ਸਤਵਾਂ ਹੈ ਓਵਰ ਸਪੀਡ। ਕਹਿੰਦਾ ਮੇਨ ਕਾਜ਼ ਆਫ ਓਵਰ ਸਪੀਡ ਇਜ਼ ਦਾ ਸਡਨ ਲਾਸ ਆਫ ਆਲ ਔਰ ਮੇਜਰ ਪਾਰਟ ਆਫ ਦਾ ਲੋਡ ਔਨ ਦਾ ਆਲਟਰਨੇਟਰ। ਮਤਲਬ ਮੇਜਰ ਪਾਰਟ ਲੋਡ ਦਾ ਜਿਹੜਾ ਅਗਰ ਉਹ ਜਾਂ ਵੈਸੇ ਕੋਈ ਸਡਨ ਲਾਸ ਹੋ ਜਾਵੇ, ਮਤਲਬ ਜਿਹੜਾ ਲੋਡ ਜਿਹੜਾ ਕੱਟ ਆਫ ਹੋ ਜਾਵੇ ਸਾਡੇ ਆਲਟਰਨੇਟਰ ਨਾਲ, ਤਾਂ ਆਟੋਮੈਟਿਕਲੀ ਜਿਹੜੀ ਉਹਦੀ ਸਪੀਡ ਜਿਹੜੀ ਆਲਟਰਨੇਟਰ ਦੀ, ਕਿਉਂਕਿ ਲੋਡ ਘੱਟ ਗਿਆ ਲੇਕਿਨ ਪਿੱਛੋਂ ਸਪਲਾਈ ਪੂਰੀ ਮਿਲ ਰਹੀ ਹੈ ਪ੍ਰਾਈਮ ਮੂਵਰ ਵੱਲੋਂ, ਤਾਂ ਉਹਦੀ ਜਿਹੜੀ ਸਪੀਡ ਜਿਹੜੀ ਇਨਕਰੀਜ਼ ਕਰ ਜਾਊਗੀ। ਕਹਿੰਦਾ ਮਾਡਰਨ ਆਲਟਰਨੇਟਰ ਇਜ਼ ਯੂਜ਼ਲੀ ਪ੍ਰੋਵਾਈਡਡ ਵਿਦ ਮਕੈਨੀਕਲ ਸੈਂਟਰੀਫਿਊਗਲ ਡਿਵਾਈਸਿਸ mounted on their driving shafts to trip the main valve of prime mover
ਵੈਨ ਏ ਡੇਂਜਰਸ ਓਵਰ ਸਪੀਡ ਅਕਰਸ। ਕਹਿੰਦਾ ਜਦੋਂ ਕੋਈ ਸਪੀਡ ਓਵਰ ਹੋ ਵੀ ਜਾਵੇ, ਡੇਂਜਰਸ ਲੈਵਲ ਤੇ ਪਹੁੰਚ ਜਾਵੇ, ਤਾਂ ਅੱਜ ਕੱਲ੍ਹ ਜਿਹੜੇ ਮਾਡਰਨ ਆਲਟਰਨੇਟਰਸ ਨੇ ਜਿੰਨੇ ਵੀ ਹੈਗੇ ਉਹਨਾਂ ਵਿੱਚ ਮਕੈਨੀਕਲ ਸਾਇੰਟੀਫਿਕ ਡਿਵਾਈਸਿਸ ਲੱਗੀਆਂ ਹੁੰਦੀਆਂ ਸ਼ਾਫਟ ਦੇ ਨਾਲ। ਮੀਨਜ਼ ਕਿ ਸ਼ਾਫਟ ਨਾਲ ਡਿਵਾਈਸ ਅਟੈਚ ਹੁੰਦੀ ਆ। ਜਦੋਂ ਹੀ ਸ਼ਾਫਟ ਦੀ ਸਪੀਡ ਘਟਦੀ ਵੱਧਦੀ ਉਸ ਹਿਸਾਬ ਨਾਲ ਉਹ ਜਿਹੜਾ ਪ੍ਰਾਈਮ ਮੂਵਰ ਆ ਉਹਦੀ ਇਨਪੁਟ ਜਿਹੜੀ ਆ ਉਹ ਘਟਦੀ ਵੱਧਦੀ ਰਹਿੰਦੀ ਹੈ। ਇਸ ਕਰਕੇ ਕਹਿੰਦਾ ਜਿਹੜੀ ਓਵਰ ਸਪੀਡ ਆਪਾਂ ਉਸ ਗਵਰਨੈਂਸ ਦੇ ਨਾਲ ਜਿਹੜੀ ਆ ਕੰਟਰੋਲ ਕਰ ਸਕਦੇ ਹੈਗੇ ਆ ਈਜ਼ੀਲੀ। ਇਸ ਕਰਕੇ ਇਹਦੇ ਵਿੱਚ ਵੀ ਜ਼ਿਆਦਾ ਪ੍ਰੋਟੈਕਸ਼ਨ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ ਹੈਗੀ। ਥੈਂਕ ਯੂ।